So let's start our video. इस वीडियो ਦੇ ਵਿੱਚ ਆਪਾਂ ਗੱਲ ਕਰਨੀ ਸੀਗੀ ਸਟੱਡੀ ਵੀਜ਼ਾ ਐਂਡ ਸਟੱਡੀ ਪਰਮਿਟ ਦੇ ਵਿੱਚ ਕੀ ਡਿਫਰੈਂਸ ਹੁੰਦਾ ਬਟ ਵੀਡੀਓ ਕਾਫੀ ਸਟ੍ਰੈਚ ਹੋ ਗਈ ਲਾਈਕ ਦੀਦੀ ਆਪਣਾ ਐਕਸਪੀਰੀਅੰਸ ਦੱਸਦੇ ਕਾਫੀ ਦੂਰ ਚਲੇ ਗਏ ਸੋ ਇਹ ਵੀਡੀਓ ਮੈਨੂੰ ਇੱਥੇ ਹੀ ਪੌਜ਼ ਕਰਨੀ ਪਊਗੀ ਬਟ ਨੈਕਸਟ ਵੀਡੀਓ ਦੇ ਵਿੱਚ ਸਟੱਡੀ ਪਰਮਿਟ ਸਟੱਡੀ ਵੀਜ਼ਾ ਦੇ ਵਿੱਚ ਜਿਹਨਾਂ ਨੂੰ ਡਿਫਰੈਂਸ ਨਹੀਂ ਪਤਾ ਉਹ ਜ਼ਰੂਰ ਦੇਖਿਓ ਐਂਡ ਉਸ ਤੋਂ ਆਉਣ ਵਾਲੀ ਜਿਹੜੀ ਨੈਕਸਟ ਵੀਡੀਓ ਹੋਏਗੀ ਉਹ ਹੋਏਗੀ ਕਾਲਜਸ ਕਿੱਦਾਂ ਚੂਜ਼ ਕਰਨੇ ਆ ਬਿਕੋਜ਼ ਬਹੁਤ ਸਾਰੇ ਜਣਿਆਂ ਨੇ ਮੈਨੂੰ ਮੈਸੇਜ ਕੀਤੇ ਸੀਗੇ ਕਿ ਦੀਦੀ ਕਿੱਦਾਂ ਆਪਾਂ ਕਾਲਜ ਚੂਜ਼ ਕਰ ਸਕਦੇ ਹਾਂ ਹੈ ਨਾ ਸੋ ਕੀ ਚੀਜ਼ਾਂ ਦੇਖਣੀਆਂ ਪੈਂਦੀਆਂ ਵਰਕ ਪਰਮਿਟ ਵਗੈਰਾ ਅਲਾਓ ਕਰਦਾ ਕਾਲਜ ਜਾਂ ਨਹੀਂ ਉਹ ਸਾਰੀਆਂ ਚੀਜ਼ਾਂ ਆਪਾਂ ਇਸ ਤੋਂ ਤੀਜੀ ਵੀਡੀਓ ਦੇ ਵਿੱਚ ਦੱਸਾਂਗੇ ਸੋ ਉਹਨਾਂ ਲਈ ਤੁਸੀਂ ਵੇਟ ਜ਼ਰੂਰ ਕਰਨੀ ਹੈ ਮਿਸ ਨਹੀਂ ਕਰਨੀਆਂ ਤੇ ਮੇਰੇ ਚੈਨਲ ਨੂੰ ਸਭ ਤੋਂ ਪਹਿਲਾਂ ਜਾ ਕੇ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਨਵੇਂ ਹੋ ਤਾਂ ਨਹੀਂ ਕੀਤਾ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਬਿਕੋਜ਼ आई थिंक इनफॉर्मेशनल हैगी है सो अज की वीडियो दे विच दीदी तुहानूं अपना एक्सपीरियंस दसणगे की करना चाहिए ते की नहीं करना चाहिए एंड विच इज़ वेरी वेरी इंपॉर्टेंट सो लिसन टू हर अज भी मैंने इत्थे बिठाता सारिਆਂ ने कि अपना लाइफ एक्सपीरियंस शेयर करो है ना सो पहली गल मैनूं मैं कोई प्रोफैशनल है नहीं ज़्यादा बट आई हैव सम लाइफ एक्सपीरियंस है ना मेरे पर्सनल एक्सपीरियंस तो ਜਦੋਂ ਮੈਂ ਕੈਨੇਡਾ ਆਈ ਸੀਗੀ ਰਾਈਟ ਕਿ ਅੱਜ ਮੈਨੂੰ 4-5 ਸਾਲ ਹੋ ਗਿਆ ਅਰਾਊਂਡ ਸੋ ਅੱਜ ਮੈਂ ਤੁਹਾਡੇ ਨਾਲ ਡਿਸਕਸ਼ਨ ਕਰੂੰਗੀ ਕੁਝ ਚੀਜ਼ਾਂ ਜਿਹੜੀਆਂ ਮੈਂ ਆਪਣੇ ਸਟਰਗਲ ਤੋਂ ਜਾਂ ਆਪਣੇ ਐਕਸਪੀਰੀਅੰਸ ਤੋਂ ਸਿੱਖੀਆਂ ਨੇ ਹਨਾ ਪਹਿਲਾਂ ਅੱਜ ਹੁਣ ਆਪਾਂ ਡਿਸਕਸ਼ਨ ਕਰਾਂਗੇ ਕੁਝ ਬੇਸਿਕਸ ਕਿ ਜਦੋਂ ਤੁਸੀਂ ਇੰਡੀਆ ਤੋਂ ਸੋਚਦੇ ਹੋ ਕਿ ਓਕੇ ਮੈਂ ਫੋਰਨ ਜਾਣਾ ਆਈ ਥਿੰਕ ਜਿਹੜੇ ਬੇਸਿਕਸ ਹੋਣਗੇ ਉਹ ਤੁਹਾਡੇ ਸਾਰੀਆਂ ਕੰਟਰੀਜ਼ ਲਈ ਅਪਲਾਈ ਹੋਣਗੇ ਭਾਵੇਂ ਤੁਸੀਂ ਕੈਨੇਡਾ ਆਉਣਾ ਭਾਵੇਂ ਆਸਟ੍ਰੇਲੀਆ ਜਾਣਾ ਭਾਵੇਂ ਨਿਊਜ਼ੀਲੈਂਡ ਜਾਣਾ ਰਾਈਟ ਕਿਤੇ ਵੀ ਬਾਹਰ ਜਾਣਾ ਆਪਣਾ ਘਰ ਛੱਡ ਕੇ ਬੇਸਿਕਲੀ ਘਰ ਛੱਡ ਕੇ ਕਿਤੇ ਵੀ ਬਾਹਰ ਜਾਣਾ ਰਾਈਟ ਉਸ ਤੋਂ ਬਾਅਦ ਵਿੱਚ ਆਪਾਂ ਡਿਸਕਸ਼ਨ ਕਰਾਂਗੇ ਕਿ ਜਦੋਂ ਆਪਾਂ ਕੈਨੇਡਾ ਲਈ ਅਪਲਾਈ ਕਰਦੇ ਹਾਂ ਉਦੋਂ ਦੋ ਚੀਜ਼ਾਂ ਹੁੰਦੀਆਂ ਨੇ ਸਟੱਡੀ ਪਰਮਿਟ ਐਂਡ ਸਟੱਡੀ ਵੀਜ਼ਾ ਕਿ ਉਹਨਾਂ ਦੋਨਾਂ ਦਾ ਡਿਫਰੈਂਸ ਕੀ ਆ ਐਂਡ ਜਿਹੜੀ ਥਰਡ ਚੀਜ਼ ਆਪਾਂ ਡਿਸਕਸ਼ਨ ਕਰਾਂਗੇ that will be ਕਿ ਆਪਾਂ ਕਾਲਜ ਕਿੱਦਾਂ ਚੂਜ਼ ਕਰਨਾ ਕੋਰਸ ਕਿੱਦਾਂ ਚੂਜ਼ ਕਰਨਾ ਤੁਹਾਡੇ ਕੋਲੇ ਕੀ ਆਪਸ਼ਨ ਹੋ ਸਕਦੇ ਹਨ ਉਹਨਾਂ ਦੇ ਵਿੱਚ ਤੁਸੀਂ ਆਪਣੀ ਚੀਜ਼ਾਂ ਫਾਈਨਲਾਈਜ਼ ਕਿੱਦਾਂ ਕਰਨੀਆਂ ਨੇ ਸੋ ਜਿਹੜੀ ਪਹਿਲੀ ਚੀਜ਼ ਆ ਮੈਨੂੰ ਕੈਮਰੇ ਤੇ ਨਹੀਂ ਝਾਕਣਾ ਆਉਂਦਾ ਹਨਾ ਸੋ ਮੈਂ ਅਲੱਗ ਝਾਕੂੰਗੀ ਸੋ ਜਿਹੜੀ ਪਹਿਲੀ ਚੀਜ਼ ਆ ਉਹ ਹੋਗੀ ਆਪਣਾ ਬੇਸਿਕਸ ਜਿਹੜੇ ਮੇਰੇ ਪਰਸਨਲ ਲਾਈਫ ਦੇ ਐਕਸਪੀਰੀਅੰਸ ਨੇ ਜਿਹੜੀ ਮੈਂ ਇੱਕ ਲਿਸਟ ਬਣਾਈ ਹੈ ਕਿ ਅਗਰ ਆਪਾਂ ਸੋਚਦੇ ਹਾਂ ਓਕੇ ਮੈਂ ਫੋਰਨ ਜਾਣਾ ਤੇ ਆਪਾਂ ਨੂੰ ਸਭ ਤੋਂ ਪਹਿਲਾਂ ਜਦੋਂ ਆਪਾਂ ਇੰਡੀਆ ਹੁੰਨੇ ਆ ਇਹਨਾਂ ਚੀਜ਼ਾਂ ਲਈ ਆਪਾਂ ਨੂੰ ਉਦੋਂ ਹੀ ਖੁਦ ਨੂੰ ਪ੍ਰਪੇਅਰ ਕਰ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਰਾਈਟ ਕਿ ਹਾਂ ਆਹ ਚੀਜ਼ਾਂ ਮੈਨੂੰ ਉੱਥੇ ਜਾ ਕੇ ਅਪਲਾਈ ਕਰਨੀਆਂ ਪੈਣਗੀਆਂ ਲਾਈਫ ਦੇ ਵਿੱਚ ਅਗਰ ਤੁਸੀਂ ਸੀਰੀਅਸਲੀ ਜੋ ਤੁਸੀਂ ਉੱਥੋਂ ਮੋਟਿਵ ਲੈ ਕੇ ਇਹਨੂੰ ਅਚੀਵ ਕਰਨਾ ਚਾਹੁੰਦੇ ਹੋ ਅਦਰਵਾਈਜ਼ ਜੇ ਤੁਸੀਂ ਉਹਨਾਂ ਨੂੰ ਬੇਸਿਕਸ ਨੂੰ ਨਹੀਂ ਅਪਲਾਈ ਕਰੋਗੇ ਮੇਬੀ ਇਟ ਵਿਲ ਬੀ ਹਾਰਡ ਹਾਂ ਜਰਨੀ ਹਰ ਇੱਕ ਦੀ ਔਖੀ ਸੌਖੀ ਲੰਘ ਹੀ ਜਾਂਦੀ ਹੁੰਦੀ ਹੈ ਹਨਾ ਪਰ ਇਹ ਤੁਹਾਡੇ ਲਈ ਔਖਾ ਹੋਊਗਾ ਅਗਰ ਤੁਸੀਂ ਉਹਨਾਂ ਨੂੰ ਅਪਲਾਈ ਨਹੀਂ ਕਰੋਗੇ ਤੁਹਾਨੂੰ ਬਹੁਤ ਚੀਜ਼ਾਂ ਹਰਟ ਹੋਣਗੀਆਂ ਅਗਰ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਜਾਂ ਸਟਰਗਲ ਤੋਂ ਸੋ ਪਹਿਲੀ ਚੀਜ਼ ਹੈਗੀ ਫੋਕਸ ਜਦੋਂ ਤੁਸੀਂ ਉੱਥੋਂ ਸੋਚ ਲਿਆ ਕਿ ਓਕੇ ਮੈਂ ਸਟੱਡੀ ਪਰਮਿਟ ਤੇ ਜਾਣਾ ਸਟੱਡੀ ਪਰਮਿਟ ਮੀਨਸ ਸਟੱਡੀ ਪਰਮਿਟ ਇੰਡੀਆ ਤੋਂ ਸਟੱਡੀ ਪਰਮਿਟ ਅਪਲਾਈ ਕੀਤਾ ਇੱਥੇ ਸਟੱਡੀ ਪਰਮਿਟ ਤੇ ਆਏ ਆਪਣੀ ਸਟੱਡੀ ਅਗਰ ਤੁਸੀਂ ਸਹੀ ਰੂਲਸ ਰੈਗੂਲੇਸ਼ਨ ਦੇ ਵਿੱਚ ਰਹਿ ਕੇ ਪੂਰੀ ਕਰੋਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਕੈਨੇਡਾ ਦੇ ਰੂਲਸ ਨੇ ਰਾਈਟ ਤੁਸੀਂ ਆਪਣੀ ਪੀਆਰ ਤੱਕ ਦੀ ਜਰਨੀ ਬੜੀ ਸਮੂਥਲੀ ਕਵਰ ਕਰ ਲਓਗੇ ਮੈਂ ਕੀਤੀ ਆ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਬੋਲਦੀ ਹਾਂ ਰਾਈਟ ਕਿਉਂਕਿ ਸਮ ਟਾਈਮ ਕੀ ਹੁੰਦਾ ਆਪਾਂ ਇੰਡੀਆ ਤੋਂ ਸਟੱਡੀ ਲੈ ਕੇ ਆਉਣੇ ਆ ਇੱਥੇ ਆ ਕੇ ਆਪਣਾ ਕੋਈ ਫਰੈਂਡ ਸਰਕਲ ਇਦਾਂ ਦਾ ਹੁੰਦਾ ਜਾਂ ਆਪਣੇ ਕਲਾਸਮੇਟਸ ਇਦਾਂ ਦੇ ਹੁੰਦੇ ਆ ਜਾਂ ਆਪਣੇ ਇੱਥੇ ਆ ਕੇ ਜੋ ਵੀ ਨਿਊ ਫਰੈਂਡਸ ਬਣਦੇ ਆ ਹਨਾ ਕਿ ਉਹਨਾਂ ਦਾ ਕੁਛ ਕੁ ਕਹਿ ਦਿੰਦੇ ਆ ਕਿ ਮੈਂ ਤਾਂ 1 ਸਾਲ ਦੀ ਸਟੱਡੀ ਤੋਂ ਬਾਅਦ ਨਹੀਂ ਮੈਂ ਵਰਕ ਪਰਮਿਟ ਲੈ ਲੈਣਾ 1 ਸਾਲ ਦਾ ਕੁਛ ਕਹਿ ਦਿੰਦੇ ਆ ਕਿ ਮੈਨੂੰ ਤਾਂ LMIA ਮਿਲ ਗਈ ਆ ਮੈਂ ਅੱਗੇ ਸਟੱਡੀ ਨਹੀਂ ਕਰਨੀ ਓਕੇ ਹਰ ਇੱਕ ਦਾ ਲਾਈਫ ਐਕਸਪੀਰੀਅੰਸ ਅਲੱਗ-ਅਲੱਗ ਹੋ ਸਕਦਾ ਮੇਬੀ ਤੁਸੀਂ ਇੰਡੀਆ ਤੋਂ +2 ਕਰਕੇ ਆਏ ਹੋ ਉਸ ਬੰਦੇ ਕੋਲੇ ਇੰਡੀਆ ਤੋਂ ਡਿਗਰੀ ਗ੍ਰੈਜੂਏਸ਼ਨ ਕਰਕੇ ਆਇਆ ਜਾਂ ਪੋਸਟ ਗ੍ਰੈਜੂਏਸ਼ਨ ਕਰਕੇ ਆਇਆ ਰਾਈਟ ਜਾਂ ਕੋਈ ਮਾਸਟਰ ਕਰਕੇ ਆਇਆ ਉਹਨਾਂ ਕੋਲੇ ਕੁਝ ਐਕਸਪੀਰੀਅੰਸ ਹੈਗਾ ਬੈਕ ਆਫ देयर ਕੰਟਰੀ ਕਿ ਉਹ LMIA ਲੈ ਸਕਦੇ ਆ ਵਰਕ ਪਰਮਿਟ ਲੈ ਸਕਦੇ ਆ ਐਂਡ ਉਹ ਕਿਤੇ ਨਾ ਕਿਤੇ ਉਸ ਚੀਜ਼ ਨਾਲ ਸਕਸੈਸਫੁਲੀ PR ਤੱਕ ਪਹੁੰਚ ਸਕਦੇ ਆ ਬਟ ਖੁਦ ਨੂੰ ਉਹਨਾਂ ਨਾਲ ਕੰਪੇਅਰ ਨਾ ਕਰੋ ਮੇਬੀ ਤੁਸੀਂ ਇੰਡੀਆ ਤੋਂ +2 ਕਰਕੇ ਆਏ ਤੁਹਾਡੇ ਕੋਲੇ ਕੋਈ ਐਕਸਪੀਰੀਅੰਸ ਨਹੀਂ ਹੈਗਾ ਰਾਈਟ ਐਂਡ ਤੁਹਾਡੇ ਕੋਲੇ ਕੋਈ ਹੋਰ ਸਟੱਡੀ ਨਹੀਂ ਹੈਗੀ ਜੇ ਤੁਸੀਂ ਸੋਚੋ ਕਿ ਨਹੀਂ 1 ਸਾਲ ਦੀ ਸਟੱਡੀ ਬਹੁਤ ਆ ਮੈਂ ਸਟੱਡੀ ਨਾਲ ਮੱਥਾ ਨਹੀਂ ਮਾਰਨਾ ਜਿੱਦਾਂ ਕਿ ਸਾਰਨ ਕਰਦੀ ਆ ਹੁਣ ਹੈ ਮੈਂ ਸਟੱਡੀ ਤੋਂ ਥੱਕ ਗਈ ਮੈਨੂੰ ਇਹ ਹੋ ਜੇ ਉਹ ਹੋ ਜੇ ਮੈਂ ਵੀ ਸੋਚਦੀ ਹੁੰਦੀ ਸੀ ਜਦੋਂ ਮੇਰੇ ਨਾਲ ਦਿਆਂ ਨੇ ਬਹੁਤਿਆਂ ਨੇ ਕੀਤਾ ਸੀ ਰਾਈਟ ਉਹਨਾਂ ਨੇ ਵਰਕ ਪਰਮਿਟ ਲੈ ਲਿਆ ਕਿਸੇ ਨੇ LMIA ਲੈ ਲਈ ਮੈਂ ਵੀ ਸੋਚਦੀ ਹੁੰਦੀ ਸੀ ਕਿ ਯਾਰ ਮੈਂ ਵੀ ਕਰ ਲਾਂ ਮੈਨੂੰ ਵੀ ਆਫਰ ਹੋਇਆ ਸੀ ਜਿੱਥੇ ਮੈਂ ਕੰਮ ਕਰਦੀ ਸੀ ਮੈਨੂੰ ਉਹਨੇ ਕਿਹਾ ਕਿ ਤੂੰ 1 ਸਾਲ ਦੀ ਸਟੱਡੀ ਕਰ ਲਾ LMIA ਲੈ ਲਾ ਕਿ ਅਸੀਂ ਤੈਨੂੰ PR ਕਰਾ ਦਾਂਗੇ ਪਰ ਅੱਜ ਤੋਂ ਉਹ ਤੁਹਾਨੂੰ ਇਹ ਕਹਿੰਦੇ ਹੁੰਦੇ ਹੈਗੇ ਪਰ ਕੱਲ ਨੂੰ ਨਹੀਂ ਪਤਾ ਸਿਚੁਏਸ਼ਨਸ ਕੀ ਹੋਣੀਆਂ ਸੋ ਬੇਸਿਕਲੀ ਫੋਕਸ
ਮੇਰੇ ਕਹਿਣ ਦਾ ਮਤਲਬ ਇਹ ਆ, ਆਪਣੇ ਰਸਤੇ ਤੋਂ ਨਾ ਭਟਕੋ ਕਿਸੇ ਹੋਰ ਨੂੰ ਦੇਖ ਕੇ। ਉਹਨੇ ਵਰਕ ਪਰਮਿਟ ਲੈ ਲਿਆ, ਉਹਨੇ LMI ਲੈ ਲਈ, ਉਹਨੇ ਵਿਆਹ ਕਰਾ ਲਿਆ, ਬਹੁਤ ਵਿਆਹ ਵੀ ਕਰਾ ਲੈਂਦੇ ਉੱਥੇ ਆ ਕੇ ਨਾ। ਅਗਰ ਤੁਹਾਨੂੰ ਲੱਗਦਾ ਕਿ ਮੈਂ ਸਟੱਡੀ 'ਚ ਗੁੱਡ ਆ, ਮੈਂ ਸਟੱਡੀ ਕਰ ਸਕਦਾ, ਇੰਡੀਆ ਤੋਂ ਤਾਂ ਹੀ ਲੈ ਕੇ ਆਏ ਹੋ ਅਗਰ ਤੁਹਾਨੂੰ ਲੱਗਦਾ ਸੀ ਕਿ ਮੈਂ ਸਟੱਡੀ ਕਰ ਸਕਦਾ। ਸੋ ਫੋਕਸ ਔਨ ਸਟੱਡੀ। ਉਦੋਂ ਬਾਅਦ ਤੁਹਾਨੂੰ ਵਰਕ ਪਰਮਿਟ ਵੀ ਮਿਲੂ, ਈਜ਼ੀਲੀ PR ਵੀ ਮਿਲੂ, ਅਗਰ ਤੁਸੀਂ ਰੂਲਸ ਐਂਡ ਰੈਗੂਲੇਸ਼ਨਸ ਅਕੋਰਡਿੰਗ ਚੱਲਦੇ ਹੋ। ਸੋ ਫੋਕਸ। ਸੈਕੰਡ ਥਿੰਗ ਇਜ਼ ਸੈਲਫ ਡਿਪੈਂਡੈਂਸੀ, ਜਿਹੜੀ ਕਿ ਇੱਥੇ ਬਹੁਤ 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 ਜ਼ਿਆਦਾ ਜ਼ਰੂਰੀ ਆ। ਇੰਡੀਆ ਦੇ ਵਿੱਚ ਕੀ ਹੁੰਦਾ, ਜਦੋਂ ਆਪਾਂ ਉੱਥੇ ਹੁੰਦੇ ਆ, ਆਪਣੇ ਪੇਰੈਂਟਸ ਹੁੰਦੇ ਆ, ਰਾਈਟ, ਆਪਣੇ ਭੈਣ ਭਰਾ ਹੁੰਦੇ ਆ, ਜਾਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਫੈਮਿਲੀ ਮੈਂਬਰ ਹੁੰਦੇ ਆ ਜਿਹੜੇ ਆਪਣੀ ਕੇਅਰ ਕਰਦੇ ਆ। ਸਪੈਸੀਫਿਕਲੀ ਜਦੋਂ ਆਪਾਂ ਸਿਰਫ ਘਰ 'ਚ ਰਹਿੰਦੇ ਹੁੰਦੇ ਆ। ਸੋ ਜਿਹੜੇ ਬੱਚੇ ਹੋਸਟਲ 'ਚ ਰਹਿੰਦੇ ਆ, ਰਾਈਟ, ਉਹਨਾਂ ਨੂੰ ਕੁਛ ਨਾ ਕੁਛ ਪਤਾ ਹੁੰਦਾ ਕਿ ਹਾਂ ਸੈਲਫ ਡਿਪੈਂਡੈਂਟ ਕਿੱਦਾਂ ਹੋਣਾ। ਜਿੱਦਾਂ ਜਿਹੜੇ ਬੱਚੇ ਜੇ ਰਾਈਟ ਨੂੰ +2 ਕਰਦੇ ਆ, ਜਾਂ ਕੁਛ ਬੱਚੇ +2 ਤੱਕ ਹੋਸਟਲ 'ਚ ਰਹਿੰਦੇ ਆ ਨਾ, ਕੁਛ ਬੱਚੇ ਉਹਨਾਂ ਨੇ ਘਰੇ ਰਹਿ ਕੇ +2 ਕੀਤੀ ਆ, ਗ੍ਰੈਜੂਏਸ਼ਨ ਵੀ ਘਰੇ ਰਹਿ ਕੇ ਕਰ ਲਈ, ਮੇਬੀ ਮਾਸਟਰ ਵੀ ਘਰੇ ਰਹਿ ਕੇ ਕਰ ਲਈ, ਹਨਾ। ਜਿੱਦਾਂ ਅੱਜ ਕੱਲ ਆਪਣੇ ਘਰਾਂ ਦੇ ਵਿੱਚ ਚੱਲਦਾ ਕਿ ਹਾਂ ਆਪਾਂ ਨੂੰ ਘਰ ਦੇ ਬਹੁਤ ਲਾਡ ਪਿਆਰ ਨਾਲ ਰੱਖਦੇ ਆ ਕਿ ਮੰਜੇ ਤੇ ਬੈਠੀ ਮੰਮੀ ਰੋਟੀ ਲਿਆ ਦੇ ਆ ਗਈ, ਮੰਮੀ ਪਾਣੀ ਲਿਆ ਦੇ ਆ ਗਈ, ਸਾਰਾ ਕੁਝ ਮੰਜੇ ਤੇ ਬੈਠੇ ਮਿਲਦਾ। ਸੋ ਇਹ ਚੀਜ਼ ਇੱਥੇ ਆਉਣ ਤੋਂ ਪਹਿਲਾਂ ਦਿਮਾਗ 'ਚੋਂ ਕੱਢ ਦਿਓ। ਬਿਲਕੁਲ ਤੁਹਾਡੇ ਦਿਮਾਗ 'ਚ ਨਹੀਂ ਹੋਣਾ ਚਾਹੀਦਾ ਕਿ ਉੱਥੇ ਜਾ ਕੇ, ਭਾਵੇਂ ਇੱਥੇ ਤੁਹਾਡੇ ਮਾਪਿਓ ਪਹਿਲਾਂ ਤੋਂ ਰਹਿ ਰਹੇ ਨੇ ਜਾਂ ਤੁਸੀਂ ਇੱਥੇ ਆਪਣੇ ਮਾਪਿਓ ਨਾਲ ਆ ਰਹੇ ਹੋ, ਭਾਵੇਂ ਤੁਸੀਂ ਕਿਸੇ ਇਹ ਗੱਲ ਕੱਢ ਦਿਓ ਕਿ ਤੁਹਾਨੂੰ ਮੰਜੇ ਤੇ ਬੈਠਿਆਂ ਨੂੰ ਰੋਟੀ ਮਿਲੂਗੀ, ਨਹੀਂ ਮਿਲੂਗੀ, ਭਾਵੇਂ ਤੁਸੀਂ ਆਪਣੇ ਪੇਰੈਂਟਸ ਨਾਲ ਆ ਰਹੇ ਹੋਗੇ। ਬਿਕਾਜ਼ ਜਿਹੜਾ ਕੋਈ ਇੱਥੇ ਅਗਰ ਇੱਕ ਫੈਮਿਲੀ ਦੇ ਵਿੱਚ 4 ਮੈਂਬਰ ਨੇ, ਰਾਈਟ, ਉਹ ਚਾਰੇ ਕੰਮ ਕਰਦੇ ਨੇ, ਤੇ ਇਹ ਨਹੀਂ ਹੈਗਾ ਕਿ ਤੁਹਾਡੀ ਮਮਾ ਦਾ ਜਾਂ ਤਾਂ ਬੇਸਿਕਲੀ ਹੁੰਦਾ ਨਹੀਂ, ਰਾਈਟ। ਜਦੋਂ ਆਪਾਂ ਸਟੂਡੈਂਟ ਆਉਣੇ ਆ ਤਾਂ ਆਪਾਂ ਇਕੱਲੇ ਹੀ ਆਵਾਂਗੇ। ਹਾਂ, ਇਹ ਹੋ ਸਕਦਾ ਤੁਸੀਂ ਕਿਸੇ ਰਿਸ਼ਤੇਦਾਰ ਕੋਲ ਆਏ ਹੋ, ਤੁਸੀਂ ਕਿਸੇ ਫਰੈਂਡ ਕੋਲ ਆਏ ਹੋ। ਸੋ ਐਕਸਪੈਕਟੇਸ਼ਨਸ ਨਾ ਰੱਖੋ ਕਿ ਹਾਂ ਮੈਂ ਮੇਰੀ ਮਾਸੀ ਕੋਲ ਚੱਲੀ ਹਾਂ, ਮੈਂ ਮੇਰੀ ਭੂਆ ਕੋਲ ਚੱਲੀ ਹਾਂ, ਮੈਂ ਮਾਮੇ ਕੋਲ ਚੱਲਿਆ, ਜਾਂ ਕਿਸੇ ਕੋਲ ਵੀ ਚੱਲਿਆ, ਜਾਂ ਫਰੈਂਡ ਕੋਲ ਚੱਲਿਆ, ਕਿ ਆਲਰੇਡੀ ਉੱਥੇ ਵੈਲ ਸੈਟਲਡ ਨੇ ਕਿ ਮੇਰਾ ਧਿਆਨ ਰੱਖਣਗੇ। ਹਾਂ, ਉਹ ਤੁਹਾਡਾ ਧਿਆਨ ਰੱਖ ਸਕਦੇ ਆ, ਪਰ ਉਹ ਤੁਹਾਨੂੰ ਸਪੂਨ ਫੀਡ ਨਹੀਂ ਕਰ ਸਕਦੇ, ਰਾਈਟ। ਇਹ ਨਹੀਂ ਹੋ ਸਕਦਾ ਕਿ ਹਾਂ ਤੁਸੀਂ ਬੈਠੇ ਹੋ ਰੋਟੀ ਲਿਆਓ, ਨਹੀਂ, ਤੁਹਾਨੂੰ ਬੈਠਿਆਂ ਨੂੰ ਰੋਟੀ ਨਹੀਂ, ਤੁਹਾਨੂੰ ਰੋਟੀ ਚੱਕ ਕੇ ਖਾਣੀ ਪਊ। ਮੇਬੀ ਸਮ ਟਾਈਮ ਬਣਾਉਣੀ ਵੀ ਪੈ ਜੇ, ਸਮ ਟਾਈਮ ਨਹੀਂ, ਜ਼ਿਆਦਾ ਟਾਈਮ ਹੁੰਦਾ, ਕਿਉਂਕਿ ਅਗਲਾ ਆਪਣਾ ਲੰਚ ਹੋ ਸਕਦਾ, ਕਿਸੇ ਦੀ ਨਾਈਟ ਸ਼ਿਫਟ ਆ, ਕਿਸੇ ਦੀ ਡੇ ਸ਼ਿਫਟ ਆ। ਅਗਰ ਆਪਾਂ ਇੱਕ ਘਰ ਦੇ ਵਿੱਚ ਭਾਵੇਂ ਫੈਮਿਲੀ ਮੈਂਬਰਸ ਨਾਲ ਰਹਿ ਰਹੇ ਹਾਂ, ਭਾਵੇਂ ਕਿਸੇ ਫਰੈਂਡਸ ਨਾਲ ਰਹਿ ਰਹੇ ਹਾਂ, ਸੋ ਇਹ ਚੀਜ਼ ਪ੍ਰਿਪੇਅਰ ਹੋ ਕੇ ਆਓ ਕਿ ਹਾਂ ਅਗਰ ਮੰਨ ਲਓ ਦੂਜੀ ਚੀਜ਼ ਹੋਰ ਕੀ ਹੁੰਦੀ ਆ, ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੇ ਆ, ਉਹਨਾਂ ਕੋਲੇ ਗੱਡੀ, ਆਪਾਂ ਨੂੰ ਲੱਗਦਾ ਕਿ ਨਹੀਂ ਉਹਨਾਂ ਕੋਲ ਗੱਡੀ ਆ, ਮੇਰੀ ਲਾਈਫ ਈਜ਼ੀ ਹੋ ਜਾਊ, ਕੋਈ ਤੁਹਾਡੀ ਰਿਸਪੌਂਸਿਬਿਲਟੀ ਨਹੀਂ, ਚੱਕ ਨਹੀਂ ਸਕਦਾ। ਅਗਰ ਚੱਕਣਾ ਵੀ ਚਾਹੁੰਦਾ ਵੀ ਹੋਊ ਨਾ ਅਗਲਾ, ਤੁਹਾਡੇ ਲਈ ਕਰਨਾ ਵੀ ਚਾਹੁੰਦਾ ਉਹ, ਸਮ ਟਾਈਮ ਆਪਾਂ ਤਾਂ ਵੀ ਨਹੀਂ ਕਰ ਪਾਉਂਦੇ, ਬਿਕਾਜ਼ ਤੁਹਾਡੇ ਸਕੇਜੂਲਸ ਅਲੱਗ-ਅਲੱਗ ਹੁੰਦੇ, ਉਹਨਾਂ ਦਾ ਟਾਈਮ ਹੁੰਦਾ, ਮੇਬੀ ਜਦੋਂ ਤੱਕ ਤੁਸੀਂ ਆਉਣਾ ਹੁੰਦਾ ਅਗਲਾ ਟਾਇਰਡ ਹੁੰਦਾ। ਇਹ ਹੋ ਸਕਦਾ ਤੁਹਾਨੂੰ ਓਕੇਜ਼ਨਲੀ ਅਗਲਾ ਪਿਕ ਕਰ ਲੇ, ਡ੍ਰੌਪ ਕਰ ਦੇ, ਪਰ ਇੰਨੇ ਨਾ ਡਿਪੈਂਡੈਂਟ ਹੋ ਕੇ ਸੋਚ ਕੇ ਆਇਓ ਕਿ ਹਾਂ ਕੋਈ ਮੇਰੀ ਰਿਸਪੌਂਸਿਬਿਲਟੀ ਲੈ ਲਓ, ਕਿਉਂਕਿ ਇੱਥੇ ਅਗਰ ਅਸੀਂ ਕਰਨਾ ਵੀ ਚਾਹੁੰਦੇ ਤਾਂ ਆਪਾਂ ਤਾਂ ਵੀ ਨਹੀਂ ਕਰ ਸਕਦੇ। ਫਿਰ ਬਾਅਦ ਵਿੱਚ ਉਹੀ ਗੱਲ ਹੋ ਜਾਂਦੀ ਆ ਕਿ ਨਹੀਂ ਜੀ ਸਾਡੇ ਰਿਸ਼ਤੇਦਾਰ ਬਦਲ ਗਿਆ, ਸਾਡੇ ਭੈਣ ਭਰਾ ਬਦਲ ਗਿਆ। ਕੋਈ ਬਦਲਦਾ ਨਹੀਂ ਹੁੰਦਾ, ਬੇਸਿਕਲੀ ਇੱਥੇ ਆ ਕੇ ਲਾਈਫ ਤੁਹਾਡੀ ਬਿਜ਼ੀ ਬਹੁਤ ਹੋ ਜਾਂਦੀ ਆ ਤੇ ਆਟੋਮੈਟਿਕਲੀ ਚੇਂਜ ਹੋ ਜਾਂਦੀ ਆ। ਸਮ ਟਾਈਮ ਤੁਹਾਡੇ ਕੋਲ ਇੱਕ ਦੂਜੇ ਲਈ ਵੀ ਟਾਈਮ ਨਹੀਂ ਹੁੰਦਾ, ਹਨਾ। ਇੱਕ ਹਸਬੈਂਡ ਵਾਈਫ ਕੋਲ ਵੀ ਇੱਕ ਦੂਜੇ ਲਈ ਟਾਈਮ ਹੁੰਦਾ, ਸਮ ਟਾਈਮ ਪੇਰੈਂਟਸ ਕੋਲ ਬੱਚਿਆਂ ਲਈ ਨਹੀਂ ਹੁੰਦਾ, ਕਿਉਂਕਿ ਲਾਈਫ ਹੀ ਇਦਾਂ ਦੀ ਆ। ਸੋ ਇਹ ਚੀਜ਼ ਧਿਆਨ 'ਚ ਰੱਖ ਕੇ ਚੱਲਣੀ ਆ ਕਿ ਉੱਥੇ ਜਾ ਕੇ ਮੈਨੂੰ ਰੋਟੀ ਵੀ ਖੁਦ ਪਕਾਉਣੀ ਪਊਗੀ, ਖਾਣੀ ਵੀ ਖੁਦ ਪਊ, ਆਪਣੇ ਭਾਂਡੇ ਵੀ ਖੁਦ ਧੋਣੇ ਪੈਣਗੇ, ਆਉਣਾ ਜਾਣਾ ਵੀ ਖੁਦ ਪਊਗਾ। ਐਂਡ ਇੱਕ ਹੋਰ ਚੀਜ਼ ਜਿਹੜੀ ਸੈਲਫ ਡਿਪੈਂਡੈਂਸ ਦੇ ਵਿੱਚ ਮੈਂ ਕਹੂੰ, ਅਗਰ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਆ, ਅਗਰ ਤੁਹਾਨੂੰ ਕੋਈ ਬੱਸ ਦਾ ਰੂਟ ਪਤਾ ਕਰਨਾ ਹੈ ਨਾ, ਅਗਰ ਤੁਹਾਨੂੰ ਕਿਤੇ ਆਉਣਾ ਜਾਣਾ, ਅਗਰ ਤੁਹਾਨੂੰ ਕੁਝ ਵੀ ਕਰਨਾ, ਤਾਂ ਆਈ ਵੁੱਡ ਸੇ ਕਿ ਇਦਾਂ ਨਾ ਹੋਵੇ ਕਿ ਹਾਂ ਮੈਂ ਆਪਣੀ ਮਾਸੀ ਨੂੰ ਕਾਲ ਕਰਦੀ ਹਾਂ, ਮੈਂ ਆਪਣੀ ਭੂਆ ਮੈਂ ਇੱਥੇ ਜਾਣਾ, ਭੂਆ ਮੈਂ ਕਿੱਧਰ ਨੂੰ ਜਾਵਾਂ, ਨੋ, ਆਪਣਾ ਰੂਟ ਖੁਦ ਫਾਈਂਡ ਆਊਟ ਕਰੋ। ਅਗਰ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਖੁਦ ਦੇਖੋ ਕਿ ਹਾਂ ਮੈਨੂੰ ਕਿੱਥੋਂ ਮਿਲ ਸਕਦੀ ਹੈ, ਕਿਉਂਕਿ ਅੱਜ ਤੁਹਾਨੂੰ ਕੋਈ ਹੈਲਪ ਕਰ ਦੂ, ਅੱਜ ਤੁਹਾਨੂੰ ਕੋਈ ਦੱਸ ਦੂ ਕਿੱਥੋਂ ਜਾਣਾ ਕਿੱਥੋਂ ਆਉਣਾ। ਮੇਬੀ ਕੱਲ ਨੂੰ ਬੰਦਾ ਕਿਤੇ ਬਿਜ਼ੀ ਆ, ਤੁਹਾਨੂੰ ਲੋੜ ਆ, ਤੁਸੀਂ ਇਹੋ ਜਿਹੀ ਐਮਰਜੈਂਸੀ, ਕਿਉਂਕਿ ਤੁਹਾਨੂੰ ਆਦਤ ਹੀ ਨਹੀਂ ਹੈਗੀ ਖੁਦ ਦੇ ਨਾਲ ਕੁਝ ਫਾਈਂਡ ਆਊਟ ਕਰਨ ਦੀ, ਆਦਤ ਹੀ ਨਹੀਂ ਹੈਗੀ ਤੁਹਾਨੂੰ। ਜਸਟ ਪਤਾ ਕਿ ਮੈਂ ਫੋਨ ਕਰ ਲੈਣਾ, ਮੈਨੂੰ ਪਤਾ ਲੱਗ ਜਾਣਾ। ਮੈਂ ਕਿਸੇ ਫਰੈਂਡ ਨੂੰ ਫੋਨ ਕਰ ਲਿਆ, ਉਹਨੇ ਨਹੀਂ ਚੁੱਕਿਆ, ਚੱਲ ਮਾਸੀ ਨੂੰ ਕਰ ਲਿਆ, ਭੂਆ ਨੂੰ ਕਰ ਲਿਆ। ਨੋ, ਅਗਰ ਤੁਹਾਨੂੰ ਆਦਤ ਨਹੀਂ ਖੁਦ ਫਾਈਂਡ ਆਊਟ ਕਰਨ ਦੀ, ਸੋ ਤੁਸੀਂ ਕਦੇ ਵੀ ਸੈਲਫ ਡਿਪੈਂਡੈਂਟ ਨਹੀਂ ਹੋ ਪਾਓਗੇ। ਅਗਰ ਤੁਹਾਨੂੰ ਕੁਝ ਪਤਾ ਕਰਨਾ ਤਾਂ ਸੈਲਫ ਡਿਪੈਂਡੈਂਟ ਹੋਵੋ ਕਿ ਓਕੇ ਮੈਂ ਆਪਣੇ ਆਪ ਸਰਚ ਕਰਨੀ ਹੈ, ਆਪਣੇ ਆਪ ਮੈਂ ਪਤਾ ਕਰਨਾ ਕਿ ਹਾਂ ਚੀਜ਼ ਮੈਨੂੰ ਕਿੱਦਾਂ ਮਿਲ ਸਕਦੀ ਹੈ, ਕਿੱਥੋਂ ਮਿਲ ਸਕਦੀ ਹੈ, ਮੈਂ ਕਿੱਥੇ ਜਾਣਾ, ਕਿੱਥੇ ਆਉਣਾ, ਠੀਕ ਆ। ਸੋ ਖੁਦ ਦੇ ਲਈ ਖੁਦ ਨੂੰ ਹੀ ਸਟੈਂਡ ਲੈਣਾ ਪਊ ਇੱਥੇ ਆ ਕੇ। ਸੈਲਫ ਡਿਪੈਂਡੈਂਟ ਹੋਣ ਦੇ ਵਿੱਚ ਮੈਂ ਇੱਕ ਪੁਆਇੰਟ ਹੋਰ ਐਡ ਕਰਨਾ ਚਾਹੂੰਗੀ, ਰਾਈਟ। ਇੱਥੇ ਮੈਂ ਬਹੁਤ ਸਾਰੇ ਨਵੇਂ ਬੱਚੇ ਦੇਖੇ ਜਿਹੜੇ ਕਹਿੰਦੇ ਆ ਕਿ ਸਾਨੂੰ ਕੰਮ ਨਹੀਂ ਮਿਲਿਆ, ਹਨਾ। ਜਦੋਂ ਮੈਂ ਆਈ ਸੀ, ਹਾਂ ਉਦੋਂ ਸਿਚੁਏਸ਼ਨਸ ਕੁਝ ਹੋਰ ਸੀਗੀਆਂ, ਰਾਈਟ। ਉਦੋਂ ਬੱਚੇ ਬਹੁਤ ਥੋੜੇ ਸੀ ਇੱਥੇ, ਤੇ ਇੱਥੇ ਇੱਕ ਹੋਰ ਵੀ ਸਿਸਟਮ ਸੀਗਾ ਕਿ ਜਿੱਦਾਂ ਹੁਣ ਕੋਵਿਡ ਚੱਲਦਾ, ਉਦੋਂ ਕੋਵਿਡ ਦੀ ਕੋਈ ਸਿਚੁਏਸ਼ਨ ਨਹੀਂ ਸੀ ਹੈਗੀ, ਹਨਾ। ਸੋ ਉਦੋਂ ਕੀ ਸੀ, ਕੰਮ ਬਹੁਤ, ਆਈ ਥਿੰਕ ਮੈਂ ਜਦੋਂ ਆਈ ਹਾਂ ਮੈਨੂੰ ਤੀਸਰੇ ਚੌਥੇ ਦਿਨ ਕੰਮ ਮਿਲ ਗਿਆ ਸੀ। ਇੱਕ ਉਹਦਾ ਰੀਜ਼ਨ ਇਹ ਵੀ ਸੀ ਕਿ ਮੈਂ ਨੈਕਸਟ ਡੇ ਜਿੱਦਣ ਮੈਨੂੰ, ਪਹਿਲਾਂ ਮੈਂ ਕਿਸੇ ਰਿਸ਼ਤੇਦਾਰੀ ਕੋਲ ਆਈ ਸੀ, ਬਟ ਉਸ ਤੋਂ ਥੋੜੇ ਦਿਨ ਬਾਅਦ ਮੈਂ ਆਪਣੇ ਆਪ ਅਲੱਗ ਸ਼ਿਫਟ ਹੋ ਗਈ ਸੀ। ਮੈਨੂੰ ਬੇਸਮੈਂਟ 'ਚ ਡੈਫੀਨੇਟਲੀ ਮੈਂ ਰਿਸ਼ਤੇਦਾਰਾਂ ਕੋਲ ਤਾਂ ਨਹੀਂ ਸੀ ਰਹਿਣਾ, ਹਨਾ।
ਤੇ ਮੈਂ ਅਲੱਗ ਸ਼ਿਫਟ ਹੋ ਗਈ ਸੀ ਤੇ ਮੈਂ ਅਗਲੇ ਦਿਨ ਹੀ ਮੈਨੂੰ ਨਹੀਂ ਸੀ ਪਤਾ ਕਿੱਥੋਂ ਬੱਸ ਲੈਣੀ ਆ, ਕਿੱਧਰ ਨੂੰ ਜਾਣਾ। ਮੈਂ ਉੱਦਾਂ ਹੀ ਰੈਂਡਮਲੀ ਇੱਕ ਬੱਸ 'ਚ ਚੜ੍ਹ ਗਈ। ਮੈਨੂੰ ਪਤਾ ਸੀ ਮੈਂ ਇਸੇ 'ਚ ਚੜ੍ਹ ਜੂ, ਇਸੇ 'ਚ ਮੁੜਿਓ ਜੀ, ਗੁੰਮ ਵੀ ਕਿੱਥੇ ਹੋ ਜੂੰਗੀ। ਤੇ ਯਕੀਨ ਕਰਿਓ ਮੈਨੂੰ ਉਸ ਇੱਕ ਰੂਟ ਦੇ ਵਿੱਚ ਮੈਨੂੰ ਕੰਮ ਮਿਲ ਗਿਆ ਸੀ, ਕਿਉਂਕਿ ਰਸਤੇ 'ਚ ਇੱਕ ਦੋ ਥਾਂ ਮੈਂ ਲਿਖਿਆ ਹੋਇਆ ਸੀ ਹਾਇਰਿੰਗ ਹੈਲਪ ਵਾਂਟਡ, ਇਹ ਉਹ। ਮੈਂ ਉਤਰ ਗਈ, ਮੇਰਾ ਰੈਜ਼ਿਊਮੇ ਵਗੈਰਾ ਪਹਿਲਾਂ ਹੀ ਜਿੱਥੇ ਰਿਸ਼ਤੇਦਾਰਾਂ ਦੇ ਘਰ ਸੀ ਉਹਨਾਂ ਨੇ ਮੈਨੂੰ ਇਹਨਾਂ ਗਾਈਡ ਕੀਤਾ ਸੀ ਕਿ ਰੈਜ਼ਿਊਮੇ ਪ੍ਰਿੰਟ ਕਰ ਲਾ, ਹਨਾ। ਮੈਂ ਉੱਥੋਂ ਕਰ ਲਿਆ ਸੀ। ਸੋ ਅੱਜ ਬੱਚੇ ਮੈਂ ਬਹੁਤ ਸਾਰੇ ਦੇਖਦੀ ਹਾਂ, ਬਹੁਤ ਜ਼ਿਆਦਾ ਬੱਚੇ ਜਿਹੜੇ ਨਵੇਂ ਆਏ ਨੇ, ਰਾਈਟ। ਇੱਕ ਤਾਂ ਚਲੋ ਮੈਂ ਮੰਨਦੀ ਹਾਂ ਸਿਚੁਏਸ਼ਨ ਆ, ਕੋਵਿਡ ਆ, ਹਨਾ, ਕੰਮ ਵੈਸੇ ਹੀ ਘਟੇ ਹੋਏ ਨੇ, ਪਰ ਕੀ ਆ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਕਿ ਸਾਨੂੰ ਕੰਮ ਨਹੀਂ ਮਿਲਿਆ। ਜਿੱਦਾਂ ਮੈਨੂੰ ਕਹਤਾ ਤੁਸੀਂ ਮੇਰੇ ਲਈ ਕੰਮ ਲੱਭ ਦੋਗੇ, ਮੈਂ ਕਹਤਾ ਹਾਂ ਕੋਈ ਨਾ ਮੈਂ ਦੇਖ ਲੂੰ, ਠੀਕ ਆ, ਮੇਰੇ ਧਿਆਨ 'ਚ ਹੈਗਾ ਉਹ ਕਿਤੇ ਨਾ ਕਿਤੇ। ਪਰ ਸ਼ਾਇਦ ਜਿਹੜਾ ਐਫਰਟ ਤੁਸੀਂ ਖੁਦ ਲਈ ਕਰ ਸਕਦੇ ਹੋ, ਦੂਜਾ ਕੋਈ ਵੀ ਬੰਦਾ ਤੁਹਾਡੇ ਲਈ ਇੱਕ ਕੰਮ ਲੱਭਣ ਲਈ ਜਾਂ ਕਿਸੇ ਵੀ ਕੰਮ ਲਈ ਉਹ ਐਫਰਟ ਨਹੀਂ ਕਰੂਗਾ। ਤੇ ਮੈਂ ਕਹੂੰਗੀ ਕਿ ਅਗਰ ਤੁਹਾਡਾ ਕੰਮ ਲਈ ਤੁਸੀਂ ਕਿਸੇ ਦੂਜੇ ਬੰਦੇ ਤੇ ਡਿਪੈਂਡੈਂਟ ਹੋ ਰਹੇ, ਸੋਚ ਲੈਂਦੇ ਨਹੀਂ ਮੈਂ ਇੰਨੇ ਬੰਦੇ ਨੂੰ ਕਿਹਾ ਹੋਇਆ ਕੋਈ ਲੱਭ ਦੂ, ਨੋ, ਤੁਹਾਨੂੰ ਕੋਈ ਕੰਮ ਨਹੀਂ ਲੱਭ ਕੇ ਦਊਗਾ, ਤੁਹਾਨੂੰ ਖੁਦ ਨੂੰ ਹੀ ਅਪਲਾਈ ਕਰਨਾ ਪਊ। ਇੱਥੇ ਬਹੁਤ ਸਾਰੀਆਂ ਸਾਈਟਸ ਹੈਗੀਆਂ ਜਿੱਦਾਂ ਕ੍ਰੈਗਲਿਸਟ ਆ, ਉੱਥੇ ਬਹੁਤ ਸਾਰੇ ਲੋਕ ਪੋਸਟਾਂ ਪਾਉਂਦੇ ਆ, ਇੰਡੀਡ ਆ, ਰਾਈਟ। ਬੇਸਿਕਲੀ ਦੋ, ਕਿਉਂਕਿ ਇੱਥੇ ਕੋਈ ਇੱਦਾਂ ਅਗਰ ਤਾਂ ਤੁਸੀਂ ਕਿਸੇ ਡੈਫੀਨਿਟਲੀ ਪ੍ਰੋਫੈਸ਼ਨ ਦੇ ਵਿੱਚ ਆ ਰਹੇ ਹੋਗੇ, ਜਿੱਦਾਂ ਸਟੂਡੈਂਟ ਪਾਰਟ ਟਾਈਮ ਜੌਬ ਕਰਨੀ, ਤਾਂ ਬੇਸਿਕਲੀ ਜ਼ਿਆਦਾਤਰ ਸਟੂਡੈਂਟਸ ਇੰਡੀਡ ਐਂਡ ਕ੍ਰੈਗਲਿਸਟ ਯੂਜ਼ ਕਰਦੇ ਆਗੇ। ਸੋ ਮੈਂ ਆਈ ਵੁੱਡ ਸੇ ਕਿ ਨੋ, ਕਦੇ ਵੀ ਇੱਦਾਂ ਨਾ ਸੋਚੋ ਕਿ ਹਾਂ ਮੈਂ ਮੇਰੇ ਫਰੈਂਡ ਸਰਕਲ ਨੂੰ ਕਿਹਾ ਹੋਇਆ, ਕਿਸੇ ਨੂੰ ਕਹਿ ਤਾ, ਨਹੀਂ, ਕਿ ਤੁਹਾਨੂੰ ਇੱਦਾਂ ਕਹਿਣ ਤੇ ਕੋਈ ਕੰਮ ਨਹੀਂ ਲੱਭ ਕੇ ਦਊ, ਤੁਹਾਨੂੰ ਖੁਦ ਹੀ ਕੰਮ ਲੱਭਣਾ ਪਊ। ਇਸ ਲਈ ਹਰ ਇੱਕ ਚੀਜ਼ ਦੇ ਵਿੱਚ, ਨਾਟ ਓਨਲੀ ਕੰਮ, ਨਾਟ ਓਨਲੀ ਸਟੱਡੀ, ਨਾਟ ਓਨਲੀ ਤੁਹਾਡਾ ਖਾਣਾ ਪੀਣਾ, ਹਰ ਇੱਕ ਚੀਜ਼ ਦੇ ਵਿੱਚ ਜਿੰਨਾ ਛੇਤੀ ਤੁਸੀਂ ਸੈਲਫ ਡਿਪੈਂਡੈਂਟ ਹੋ ਜਾਓਗੇ ਨਾ, ਉਨਾ ਹੀ ਤੁਹਾਡੇ ਲਈ ਈਜ਼ੀ ਰਹੂਗਾ। ਬਿਕੋਜ਼ ਅਦਰਵਾਈਜ਼ ਕੀ ਹੁੰਦਾ, ਫਿਰ ਆਪਾਂ ਘਰੇ ਫੋਨ ਕਰ ਕਰਕੇ ਰਿਸ਼ਤੇਦਾਰਾਂ ਦੋਸਤ ਦਿੰਦੇ, ਨਹੀਂ ਉਹ ਤਾਂ ਮੈਨੂੰ ਕਿਤੇ ਛੱਡ ਕੇ ਨਹੀਂ ਆਉਂਦੇ, ਉਹ ਤਾਂ ਮੈਨੂੰ ਲੈ ਕੇ ਨਹੀਂ ਆਉਂਦੇ। ਬਿਕੋਜ਼ ਉਹਨਾਂ ਦੀ ਗਲਤੀ ਨਹੀਂ ਹੁੰਦੀ, ਉਹ ਤਾਂ ਮੈਨੂੰ ਪਕਾ ਕੇ ਨਹੀਂ ਦਿੰਦੇ, ਉਹ ਤਾਂ ਮੈਨੂੰ ਬਣਾ ਕੇ ਨਹੀਂ ਦਿੰਦੇ। ਅਗਲੇ ਦੀ ਵੀ ਲਾਈਫ ਬਿਜ਼ੀ ਆ, ਅਗਲਾ ਕਿਹੜੇ ਨਾ ਕੋਈ ਵਿਹਲਾ ਬੈਠਾ, ਰਾਈਟ। ਸੋ ਇਹ ਚੀਜ਼ ਆਪਾਂ ਨੂੰ ਅੰਡਰਸਟੈਂਡ ਕਰਨੀ ਪਊ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਣੇ ਰਿਸ਼ਤੇਦਾਰ ਆਪਾਂ ਨੂੰ ਪਿਆਰ ਕਰਨਾ ਘੱਟ ਕਰਤਾ ਜਾਂ ਆਪਣੇ ਨਾਲ ਰੂਡ ਨੇ, ਨਹੀਂ, ਉਹਨਾਂ ਦੀ ਮਜਬੂਰੀ ਹੁੰਦੀ ਹੈ। ਤੇ ਇਹ ਚੀਜ਼ ਇੰਨਾ ਟਾਈਮ ਇੱਥੇ ਰਹਿ ਕੇ ਬਹੁਤ ਚੰਗੇ ਤਰੀਕੇ ਨਾਲ ਹੌਲੀ ਹੌਲੀ ਸਮਝ ਆ ਜਾਂਦੀ। ਸ਼ੁਰੂ 'ਚ ਚੀਜ਼ਾਂ ਬੁਰੀਆਂ ਲੱਗਦੀਆਂ ਨੇ, ਪਰ ਸ਼ਾਇਦ ਸਮ ਟਾਈਮ ਆਪਾਂ ਉਹਨਾਂ ਦੀ ਵਜ੍ਹਾ ਕਰਕੇ ਆਲਰੇਡੀ ਰਿਸ਼ਤੇ ਖਰਾਬ ਕਰ ਚੁੱਕੇ ਹੁੰਦੇ ਆ। ਐਂਡ ਜਿਹੜੀ ਤੀਜਾ ਪੁਆਇੰਟ ਆ, ਬੇਸਿਕ ਪੁਆਇੰਟ, ਸ਼ਾਇਦ ਮੈਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਜਾ ਰਹੀ ਹਾਂ, ਪਰ ਮੈਨੂੰ ਲੱਗਦਾ ਹੁੰਦਾ ਹੈਗਾ ਕਿ ਓਕੇ ਚੀਜ਼ ਦਿਮਾਗ ਦੇ ਵਿੱਚ ਸਮਝ ਆਵੇ, ਰਾਈਟ। ਤੀਜਾ ਪੁਆਇੰਟ ਆ ਰਿਸਰਚ। ਤੁਹਾਨੂੰ ਇੱਥੇ ਆ ਕੇ ਇੱਕ ਗੁੱਡ ਰਿਸਰਚਰ ਬਣਨਾ ਪੈਣਾ, ਜਿਹੜਾ ਕਿ ਇੰਡੀਆ ਦੇ ਵਿੱਚ ਆਪਾਂ ਬਿਲਕੁਲ ਹੀ ਨਹੀਂ ਹੁੰਦੇ। ਮੈਂ ਇੰਡੀਆ ਤੋਂ ਮਾਸਟਰ ਕਰਕੇ ਆਈ ਸੀ ਐਂਡ ਆਈ ਥਿੰਕ ਮੈਂ ਜ਼ਿਆਦਾਤਰ ਉੱਥੇ ਟਰਸਟ ਕਰਦੀ ਸੀ, ਜਿਹਨੂੰ ਆਪਾਂ ਕਹਿੰਦੇ ਆ ਬਰਡ ਆਫ ਮਾਊਥ, ਕਿ ਹਾਂ ਮੇਰੇ ਫਰੈਂਡਸ ਨੇ ਕਹਿਤਾ ਮੰਨ ਲਿਆ, ਉਹੀ ਗੱਲ ਅੱਗੇ ਮੰਨ ਲਈ, ਠੀਕ ਆ। ਮੈਂ ਮਾਸਟਰ ਕਰਨ ਤੋਂ ਬਾਅਦ ਵੀ ਨਹੀਂ ਸੀ ਕੁਛ ਸਿੱਖੀ ਉਸ ਚੀਜ਼ ਤੋਂ, ਤੇ ਉਹ ਚੀਜ਼ ਨੇ ਮੈਨੂੰ ਇੱਥੇ ਆ ਕੇ ਬਹੁਤ ਜ਼ਿਆਦਾ ਕੁਝ ਸਿਖਾਇਆ। ਇੱਥੇ ਆ ਕੇ ਤੁਹਾਨੂੰ ਗੁੱਡ ਰਿਸਰਚਰ ਬਣਨਾ ਪੈਣਾ। ਜਿੰਨੇ ਜ਼ਿਆਦਾ ਗੁੱਡ ਰਿਸਰਚਰ ਤੁਸੀਂ ਹੋਵੋਗੇ, ਤੁਹਾਡੀ ਲਾਈਫ ਉਨੀ ਈਜ਼ੀ ਹੋ ਜਾਊਗੀ, ਰਾਈਟ। ਦੇਖੋ, ਸਭ ਇੱਕ ਐਗਜ਼ਾਮਪਲ ਦਿੰਦੀ ਹਾਂ। ਮੰਨ ਲਓ ਤੁਸੀਂ ਹੋ, ਆਪਾਂ ਦੋ ਕਾਲਜ ਲੈ ਲੈਣੇ ਮੇਰੇ ਨਾਲ, ਇੱਕ KPU ਆ, ਇੱਕ ਮੇਰੇ ਆਲ ਦੁਆਲੇ ਹੈਗਾ ਡਗਲਸ ਕਾਲਜ, ਲੰਗਾਰਾ ਕਾਲਜ, ਕੈਪਲਨ, ਕੋਈ ਵੀ ਕਾਲਜ ਲੈ ਲਓ ਤੁਸੀਂ, ਰਾਈਟ। ਸੋ ਉਹ ਦੋ ਕਾਲਜ ਅਲੱਗ-ਅਲੱਗ ਕਾਲਜ ਨੇ। ਉਹਨਾਂ ਦਾ ਸਟੱਡੀ ਜਿਹੜੇ ਕਰਾਉਣ ਦਾ ਤਰੀਕਾ ਅਲੱਗ ਹੋ ਸਕਦਾ, ਉਹਨਾਂ ਦਾ ਜਿਹੜਾ ਕਿਸੇ ਨੂੰ ਸਮੈਸਟਰ ਆਫ ਕਰਨ ਦਾ ਤਰੀਕਾ ਅਲੱਗ ਹੋ ਸਕਦਾ, ਉਹਨਾਂ ਦਾ ਸਾਰਾ ਕੁਝ ਅਲੱਗ-ਅਲੱਗ ਹੋ, ਕਿਉਂਕਿ ਦੋ ਅਲੱਗ-ਅਲੱਗ ਕਾਲਜ ਨੇਗੇ। ਜਿੱਦਾਂ ਦੋ ਅਲੱਗ-ਅਲੱਗ ਪਰਸਨੈਲਿਟੀਜ਼ ਹੁੰਦੀਆਂ, ਦੋ ਅਲੱਗ-ਅਲੱਗ ਕਾਲਜ ਨੇ। ਹਾਂ, ਆਪਾਂ ਕਹਿੰਦੇ ਕਿ ਕੈਨੇਡਾ ਦਾ ਸਟੱਡੀ ਸਿਸਟਮ ਆ, ਨੋ, ਇੱਥੇ ਸਟੱਡੀ ਸਿਸਟਮ ਸਾਰਿਆਂ ਦਾ ਇੱਕੋ ਜਿਹਾ ਨਹੀਂ ਹੈਗਾ। ਕਾਲਜ ਵਾਈਜ਼ ਬਹੁਤ ਮੈਟਰ ਕਰਦਾ, ਪ੍ਰੋਵਿੰਸ ਵਾਈਜ਼ ਬਹੁਤ ਮੈਟਰ ਕਰਦਾ। ਸੋ ਮੰਨ ਲਓ ਮੇਰਾ ਇੱਕ ਫਰੈਂਡ ਆ, ਕੋਈ ਉਹ KPU ਦੇ ਵਿੱਚ ਪੜ੍ਹਦਾ, ਮੰਨ ਲਓ ਮੈਂ ਕੈਪਲਨ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਹਾਂ, ਠੀਕ ਆ। ਸੋ ਜਿਹੜਾ ਮੇਰਾ ਫਰੈਂਡ KPU ਦੇ ਵਿੱਚ ਪੜ੍ਹਦਾ, ਠੀਕ ਆ, ਉਹਨੇ ਮੈਨੂੰ ਕਹਿਤਾ ਕਿ ਹਾਂ ਮੈਂ ਤਾਂ ਸਮਰ ਆਫ ਲੈਣ ਲੱਗਿਆ। ਉਹਦੇ ਮਗਰ ਲੱਗ ਕੇ ਮੈਂ ਵੀ ਸੋਚ ਲਿਆ ਕਿ ਮੈਂ ਵੀ ਸਮਰ ਆਫ ਲੈਣੀ ਹੈਗੀ। ਉਹਨੇ ਕਹਿਤਾ ਕਿ ਨਹੀਂ ਆਫੀਸ਼ੀਅਲੀ ਅਲਾਉ ਹੁੰਦੀ ਹੈ ਸਮਰ ਆਫ ਲੈਣੀ, ਲੈ ਲਓ। ਤੇ ਮੈਂ ਵੀ ਸੋਚ ਲਿਆ ਹਾਂ ਉਹਨੇ ਸਮਰ ਆਫ ਅਗਰ ਆਫੀਸ਼ੀਅਲੀ ਅਲਾਉਡ ਆ ਤਾਂ ਮੈਂ ਵੀ ਲੈ ਲੈਂਦੀ ਹਾਂ। ਪਰ ਨਹੀਂ, ਜਦੋਂ 2015 ਦੇ ਵਿੱਚ ਆਈ ਸੀ ਮੈਂ, ਉਸ ਟਾਈਮ ਇਹ ਸੀਗਾ, ਇਹ ਲੀਗਲੀ ਅਲਾਉਡ ਸੀਗਾ ਕਿ ਸਮਰ ਕੋਈ ਵੀ ਬੱਚਾ ਆਪਣੀ ਮਰਜ਼ੀ ਨਾਲ ਆਫ ਲੈ ਸਕਦਾ ਗਾ। ਪਰ ਹੁਣ ਜਿਹੜੇ ਰੂਲ ਚੇਂਜ ਹੋਏ ਨੇ ਉਹਨਾਂ ਦੇ ਵਿੱਚ ਇਹ ਹੈਗਾ ਕਿ ਤੁਹਾਨੂੰ ਅਗਰ ਤੁਸੀਂ ਵਰਕ ਪਰਮਿਟ ਲਈ ਐਲੀਜੀਬਲ ਹੋਣਾ ਤਾਂ ਤੁਹਾਡੀ ਸਟੱਡੀ ਹੈ ਜਿਹੜੀ ਕੰਟੀਨਿਊ ਸਟੱਡੀ ਹੋਣੀ ਚਾਹੀਦੀ ਆ। ਸੋ ਅਗਰ ਤੁਸੀਂ ਤੁਹਾਡਾ ਕਾਲਜ ਹੈ ਜਿਹੜਾ ਤੁਹਾਨੂੰ ਉਹ ਆਫੀਸ਼ੀਅਲ ਆਫ ਦੇ ਰਿਹਾ ਸਮਰ, ਓਨਲੀ ਦੈਨ ਯੂ ਕੈਨ ਟੇਕ ਦੈਟ ਆਫੀਸ਼ੀਅਲ ਆਫ, ਸਮਰ ਆਫ ਲੈ ਸਕਦੇ ਹੋ। ਸਮ ਕਾਲਜ ਨੇ ਜਿਹੜੇ ਤੁਹਾਨੂੰ ਸਮਰ ਆਫੀਸ਼ੀਅਲੀ ਆਫ ਨਹੀਂ ਦਿੰਦੇ ਹੈਗੇ, ਉਹਨਾਂ ਅਕੋਰਡਿੰਗ ਤੁਹਾਨੂੰ ਕੰਟੀਨਿਊ ਸਟੱਡੀ ਕਰਨੀ ਪੈਣੀ ਆ। ਤੇ ਅਗਰ ਤੁਸੀਂ ਉਹ ਕਾਲਜ ਨਾਲ ਡਿਸਕਸ਼ਨ ਕਰਨ ਦੀ ਬਜਾਏ ਜਸਟ ਆਪਣੇ ਫਰੈਂਡ ਦੇ ਪਿੱਛੇ ਲਾ ਕੇ ਸਮਰ ਆਫ ਲੈ ਲਿਆ, ਕਿਉਂਕਿ ਕਾਲਜ ਤੁਹਾਨੂੰ ਮਿਹਨਤਾਂ ਕਰਕੇ ਨਹੀਂ ਇੱਥੇ ਕਹਿੰਦੇ ਹੈਗੇ ਕਿ ਨਹੀਂ ਤੁਸੀਂ ਕਾਲਜ ਆਓ, ਤੁਹਾਨੂੰ ਈਮੇਲ ਨਹੀਂ ਕਰਨਗੇ ਕਿ ਤੁਸੀਂ ਕਾਲਜ ਕਿਉਂ ਆਫ ਲੈਤਾ। ਉਹਨਾਂ ਨੂੰ ਪਤਾ ਹੀ ਨਹੀਂਗਾ ਤੁਸੀਂ ਆਫ ਕਿਸ ਰੀਜ਼ਨ ਕਰਕੇ ਲੈਤਾ, ਤੁਸੀਂ ਕਿਉਂ ਲੈਤਾ। ਇੱਥੇ ਤੁਹਾਨੂੰ ਕੋਈ ਇਨਫੋਰਮ ਨਹੀਂ ਕਰੂ। ਤੁਹਾਡੀ ਰਿਸਪੌਂਸਿਬਿਲਿਟੀ ਆ ਕਿ ਤੁਸੀਂ ਕਿੱਦਾਂ ਕਰਨਾ। ਅਗਰ ਤੁਸੀਂ ਇੱਕ ਫਰੈਂਡ ਦੇ ਪਿੱਛੇ, ਉਹਦਾ ਕਾਲਜ ਨੂੰ ਅਲਾਉ ਕਰਦਾ ਸੀ, ਉਹਨੇ ਆਫ ਲੈ ਲਿਆ, ਮੇ ਵੀ ਤੁਹਾਡੇ ਕਾਲਜ ਦੇ ਰੂਲਸ ਤੁਹਾਨੂੰ ਪਤਾ ਹੀ ਨਹੀਂ, ਤੁਹਾਡੇ ਫਰੈਂਡ ਨੇ ਤੁਹਾਨੂੰ ਕਿਹਾ ਤਾਂ, ਰਾਈਟ, ਤੁਸੀਂ ਉਹਦੇ ਪਿੱਛੇ ਲਾ ਕੇ ਆਫ ਲੈ ਲਿਆ। ਨੁਕਸਾਨ ਕਿਹਦਾ ਹੋਇਆ, ਤੁਹਾਡੇ ਫਰੈਂਡ ਦਾ ਜਾਂ ਤੁਹਾਡਾ?
ਤੁਹਾਡਾ। ਸੋ ਆਈ ਵੁੱਡ ਸੇ ਕਿ ਗੁੱਡ ਰਿਸਰਚਰ ਬਣੋ। ਅਗਰ ਤੁਹਾਨੂੰ ਲੱਗਦਾ ਓਕੇ ਕਿ ਸ਼ਾਇਦ ਮੈਨੂੰ ਆ ਚੀਜ਼ ਕਰਨੀ ਚਾਹੀਦੀ ਹੈ, ਨਹੀਂ, ਅਗਰ ਤੁਹਾਨੂੰ 0.05% ਵੀ ਉਸ ਚੀਜ਼ ਦੇ ਵਿੱਚ ਡਾਊਟ ਆ ਨਾ, ਕਿਸੇ ਹੋਰ ਦੀ ਕਈ ਗੱਲ ਤੇ ਨਾ ਜਾਓ। ਭਾਵੇਂ ਉਹ ਤੁਹਾਡਾ, ਮੈਂ ਨਹੀਂ ਕਹਿੰਦੀ ਕਿ ਤੁਹਾਨੂੰ ਜਾਣਬੁੱਝ ਕੇ ਗਲਤ ਗਾਈਡ ਕਰੂ, ਮੇਬੀ ਉਹ ਸਿਚੁਏਸ਼ਨ ਉਸ ਬੰਦੇ ਤੇ ਅਪਲਾਈ ਹੋ ਰਹੀ ਹੈ ਪਰ ਤੁਹਾਡੇ ਤੇ ਨਹੀਂ ਹੋ ਰਹੀ, ਰਾਈਟ। ਹੋ ਸਕਦਾ ਤੁਸੀਂ ਇੱਕ ਕਾਲਜ ਦੇ ਵਿੱਚ ਹੋ ਸਕਦਾ ਤੁਸੀਂ ਇੱਕੋ ਕੋਰਸ ਦੇ ਵਿੱਚ ਹੋ ਸਕਦਾ ਸਾਰਾ ਕੁਝ ਸੇਮ ਹੋਵੇ, ਬਟ ਸਟਿਲ ਆਪਾਂ ਆਪਣੀ ਕੰਟਰੀ ਦੇ ਵਿੱਚ ਨਹੀਂ, ਆਪਾਂ ਇੱਥੇ ਐਜ਼ ਅ ਸਟੂਡੈਂਟ ਆ, ਰਾਈਟ। ਆਪਾਂ ਟੈਂਪਰੇਰੀ ਰੈਜ਼ੀਡੈਂਟ ਆ, ਤਾਂ ਆਪਣਾ ਫਰਜ਼ ਬਣਦਾ। ਹੋ ਸਕਦਾ ਜਿਹੜਾ ਬੰਦਾ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਉਹਦੇ ਕੋਲੇ ਪੂਰੀ ਇਨਫੋਰਮੇਸ਼ਨ ਹੋਵੇ। ਤੁਹਾਡੇ ਕੋਲੇ ਗੁੱਡ ਆਪਸ਼ਨ ਕੀ ਹੋ ਸਕਦਾ? ਸਭ ਤੋਂ ਪਹਿਲਾਂ ਅਗਰ ਕਾਲਜ ਰਿਲੇਟਡ ਕੋਈ ਇਸ਼ੂ ਆ, ਤੁਹਾਡੇ ਹਰ ਇੱਕ ਦੇ ਕਾਲਜ ਦੇ ਵਿੱਚ ਇੰਟਰਨੈਸ਼ਨਲ ਡਿਪਾਰਟਮੈਂਟ ਹੁੰਦਾ ਗਾ, ਇੰਟਰਨੈਸ਼ਨਲ ਸਟੂਡੈਂਟ ਡਿਪਾਰਟਮੈਂਟ ਹੁੰਦਾ। ਸਭ ਤੋਂ ਪਹਿਲਾਂ ਉਹਨਾਂ ਕੋਲ ਜਾਓ ਹੈਲਪ ਲਈ। ਜਿੱਦਾਂ ਅੱਜ ਕੱਲ੍ਹ ਕੋਵਿਡ ਚੱਲਦਾ, ਠੀਕ, ਆਪਾਂ ਕਾਲਜ ਵਿਜ਼ਿਟ ਨਹੀਂ ਕਰ ਸਕਦੇ, ਈਮੇਲ ਕਰੋ। ਬਹੁਤ ਜ਼ਿਆਦਾ ਰਿਸਪੌਂਸਿਵ ਨੇ ਉਹ, ਹਰ ਇੱਕ ਈਮੇਲ ਦਾ ਰਿਪਲਾਈ ਤੁਹਾਨੂੰ ਵਿਦਨ ਫਿਊ ਆਵਰਸ ਆ ਜਾਂਦਾ, ਹਰ ਇੱਕ ਕਾਲਜ 'ਚ ਜ਼ਿਆਦਾਤਰ ਹੁੰਦਾ, ਰਾਈਟ। ਉਸ ਤੋਂ ਬਾਅਦ ਅਗਰ ਤੁਹਾਨੂੰ ਲੱਗਦਾ ਓਕੇ ਸ਼ਾਇਦ ਤੁਹਾਡਾ ਕਾਲਜ, ਤੁਹਾਡਾ ਇੰਟਰਨੈਸ਼ਨਲ ਡਿਪਾਰਟਮੈਂਟ ਤੁਹਾਨੂੰ ਉਹ ਚੀਜ਼ ਦਾ ਆਨਸਰ ਨਹੀਂ ਦੇ ਪਾ ਰਿਹਾ, ਦੈਨ ਗੋ ਟੂ CIC ਸਾਈਟ, ਕੈਨੇਡੀਅਨ ਇਮੀਗ੍ਰੇਸ਼ਨ ਦੀ ਸਾਈਟ ਆ ਆਨਲਾਈਨ, ਰਾਈਟ। CIC ਦੀ ਸਾਈਟ ਤੇ ਜਾਓਗੇ, ਹੋਪਫੁਲੀ ਤੁਹਾਨੂੰ ਆਨਸਰ ਉੱਥੋਂ ਮਿਲ ਜੂ। ਅਗਰ ਤੁਹਾਨੂੰ ਆਨਸਰ ਉੱਥੋਂ ਵੀ ਨਹੀਂ ਮਿਲਦਾ, ਦੈਨ ਤੁਸੀਂ CIC ਨੂੰ ਕਾਲ ਕਰ ਸਕਦੇ ਹੋ, ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਵਿੱਚ ਕਾਲ ਕਰ ਲਓ। ਫੋਨ ਤੇ ਆਪਾਂ ਨੂੰ ਕੁਛ ਨਹੀਂ ਕਹਿੰਦੇ, ਖਾ ਨਹੀਂ ਚਾਹੁੰਦੇ ਹੁੰਦੇ, ਰਾਈਟ। ਆਪਣੇ ਮਨ ਦੇ ਵਿੱਚ ਉਹਦੀ ਤੋਂ ਡਰ ਹੁੰਦਾ ਕਿ ਨਹੀਂ, ਉਹਨਾਂ ਨੂੰ ਫੋਨ ਨਹੀਂ ਕਰਨਾ। ਅਗਰ ਤੁਹਾਡਾ ਕੋਈ ਇਸ਼ੂ ਆ, ਰੈਦਰ ਦੈਨ ਤੁਸੀਂ ਕੋਈ ਗਲਤੀ ਕਰਨ ਨਾਲੋਂ ਚੰਗਾ ਕਿਸੇ ਦੇ ਪਿੱਛੇ ਲੱਗ ਕੇ ਕਰਨ ਨਾਲੋਂ ਚੰਗਾ ਉਸ ਚੀਜ਼ ਦੇ ਬਾਰੇ ਰਿਸਰਚ ਕਰੋ ਕਿ ਹਾਂ ਕੀ ਇਹ ਚੀਜ਼ ਸੱਚੀ ਇਦਾਂ ਹੈਗੀ ਆ। ਭਾਵੇਂ ਉਹ ਤੁਹਾਡਾ ਸਟੱਡੀ ਪਰਮਿਟ ਐਕਸਟੈਂਸ਼ਨ ਆ, ਭਾਵੇਂ ਤੁਹਾਡਾ ਕਾਲਜ ਦਾ ਆਫ ਲੈਣਾ, ਭਾਵੇਂ ਤੁਹਾਡਾ ਕੋਈ ਕਾਲਜ ਕੋਰਸ ਚੂਜ਼ ਕਰਨਾ, ਕੋਈ ਵੀ ਤੁਹਾਡੇ ਦਿਮਾਗ ਦੇ ਵਿੱਚ ਡਾਊਟ ਆਉਂਦਾ, ਭਾਵੇਂ ਤੁਹਾਨੂੰ ਇਹ ਲੱਗਦਾ ਕਿ ਹਾਂ ਕਿ ਜਦੋਂ ਮੈਂ ਪਾਰਟ ਟਾਈਮ ਸਟੱਡੀ ਕਰਦਾ ਮੈਂ ਫੁੱਲ ਟਾਈਮ ਕੰਮ ਕਰ ਸਕਦਾ ਕਿ ਮੈਂ ਨਹੀਂ ਕਰ, ਕੋਈ ਵੀ ਡਾਊਟ ਆ ਜਿੱਥੇ ਤੁਹਾਨੂੰ ਲੱਗਦਾ ਕਿ ਓਕੇ ਆਹ ਚੀਜ਼ ਮੇਰੇ ਲਈ ਅੱਗੇ ਜਾ ਕੇ ਹੋ ਸਕਦਾ ਗਲਤ ਸਾਬਿਤ ਹੋ ਜੇ। ਅਗਰ ਤੁਹਾਨੂੰ ਤੁਹਾਡਾ ਪਰਸਨਲ ਲਾਈਫ ਤੋਂ ਬਾਅਦ ਤੁਹਾਡਾ ਸਟੱਡੀ ਨਾਲ ਤੁਹਾਡਾ ਇਮੀਗ੍ਰੇਸ਼ਨ ਰਿਲੇਟਡ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਡਾਊਟ ਆ, ਰਿਸਰਚ ਕਰੋ ਉਸ ਚੀਜ਼ ਤੇ, ਕਿਸੇ ਦੇ ਵਰਡ ਆਫ ਮਾਊਥ ਤੇ ਨਾ ਜਾਓ, ਭਾਵੇਂ ਤੁਹਾਡਾ ਕੋਈ ਕਿੰਨਾ ਵੀ, ਕਿਉਂਕਿ ਹਰ ਇੱਕ ਬੰਦੇ ਲਈ, ਮੈਂ ਫਿਰ ਕਹਿਣੀ ਆ, ਹਰ ਇੱਕ ਬੰਦੇ ਲਈ ਸਿਚੁਏਸ਼ਨਸ ਟਾਈਮ ਅਲੱਗ-ਅਲੱਗ ਹੋਊਗਾ। ਮੇਬੀ ਉਹ ਸਿਚੁਏਸ਼ਨ ਉਸ ਬੰਦੇ ਲਈ ਅਪਲਾਈ ਹੋ ਰਹੀ ਹੈ ਜਿਹੜਾ ਤੁਹਾਨੂੰ ਦੱਸ ਰਿਹਾ, ਤੁਹਾਡੇ ਤੇ ਨਹੀਂ ਹੋ ਰਹੀ। ਸੋ ਕਦੇ ਵੀ ਕਿਸੇ ਦੀ ਗੱਲ ਤੇ ਨਹੀਂ ਟਰਸਟ ਕਰਨਾ। ਹਾਂ ਟਰਸਟ ਕਰੋ, ਪਰ ਇਦਾਂ ਨਹੀਂ ਉਸ ਹਿਸਾਬ ਨਾਲ ਉਹਨੂੰ ਲੈ ਲਿਓ ਕਿ ਟਰਸਟ ਨਹੀਂ ਕਰਨਾ ਮੀਨਸ ਟੂ ਸੇ ਕਿ ਹਾਂ ਉਹਦੇ ਪਿੱਛੇ ਲੱਗ ਕੇ ਨਾ ਕੁਛ ਕਰੋ, ਕਿਉਂਕਿ ਸਿਚੁਏਸ਼ਨਸ ਅਲੱਗ-ਅਲੱਗ ਹੋ ਸਕਦੀਆਂ ਨੇ। ਇਸ ਲਈ ਗੁੱਡ ਰਿਸਰਚਰ ਬਣੋ। CIC ਦੀ ਸਾਈਟ ਤੁਹਾਡੀ ਹੈਲਪ ਕਰੂ, ਇੰਟਰਨੈਸ਼ਨਲ ਡਿਪਾਰਟਮੈਂਟ ਉੱਥੇ ਆ, ਤੁਹਾਡੇ ਕਾਲਜ ਦੀ ਸਾਈਟ ਤੇ ਈਚ ਐਂਡ ਐਵਰੀ ਇਨਫੋਰਮੇਸ਼ਨ ਹੁੰਦੀ ਆ। ਸੋ ਬੇਸਿਕਲੀ ਇਹ 3 ਬੇਸਿਕ ਪੁਆਇੰਟ ਬਹੁਤ ਜ਼ਰੂਰੀ ਨੇ। ਤੁਹਾਡਾ ਫੋਕਸ ਤੁਹਾਡੀ ਸਟੱਡੀ ਤੇ ਹੋਣਾ ਚਾਹੀਦਾ, ਤੁਹਾਨੂੰ ਸੈਲਫ ਡਿਪੈਂਡੈਂਟ ਹੋਣਾ ਪਊਗਾ ਐਂਡ ਤੁਹਾਨੂੰ ਗੁੱਡ ਰਿਸਰਚਰ ਬਣਨਾ ਪਊਗਾ। ਸੋ ਸਵਿਚ ਆਫ। ਬਹੁਤ ਹੋ ਗਿਆ ਅੱਜ ਦੀ ਵੀਡੀਓ ਲਈ। ਨਹੀਂ ਹਜੇ ਮੈਂ ਕੁਝ ਹੋਰ ਵੀ ਬੋਲਣਾ ਸੀ, ਅਗਲੀ ਚ ਬੋਲ ਲਿਓ। ਨਹੀਂ ਮੈਂ ਐਂਡ ਤਾਂ ਕਰ ਦਵਾਂ, ਕਰੋ। ਸੋ ਮੈਂ ਸੋਚਿਆ ਸੀ ਕਿ ਆਪਾਂ ਸਟੱਡੀ ਪਰਮਿਟ, ਸਟੱਡੀ ਵੀਜ਼ਾ ਅੱਜ ਹੀ ਡਿਸਕਸ਼ਨ ਕਰ ਲਾਂਗੇ, ਰਾਈਟ, ਕਿ ਸਟੱਡੀ ਪਰਮਿਟ ਤੇ ਸਟੱਡੀ ਵੀਜ਼ਾ ਵਿੱਚ ਕੀ ਡਿਫਰੈਂਸ ਹੁੰਦਾ। ਪਰ ਮੈਨੂੰ ਲੱਗਦਾ ਮੈਂ ਥੋੜਾ ਜ਼ਿਆਦਾ ਡਿਟੇਲ 'ਚ ਚੱਲ ਜਾਂਦੀ ਹਾਂ, ਜਿੱਦਾਂ ਕਿ ਮੇਰੀ ਆਦਤ ਆ, ਜਿੱਦਾਂ ਕਿ ਮੈਨੂੰ ਇਹਨੇ ਹੁਣੇ ਸੰਦੀਪ ਮਹੇਸ਼ਵਰੀ ਦਾ ਨਾਮ ਦਿੱਤਾ। ਮੈਨੂੰ ਹੁੰਦਾ ਕਿ ਓਕੇ ਅਗਰ ਕੋਈ ਗੱਲ ਆ ਮੈਨੂੰ ਪੂਰੇ ਚੰਗੇ ਤਰੀਕੇ ਨਾਲ ਸਮਝਾ ਦਿਓ, ਜਿੱਦਾਂ ਕਿ ਮੈਂ ਹੁਣ ਬੋਲੀ ਜਾਂਦੀ ਹਾਂ ਨਾ। ਸੋ ਓਕੇ ਮੈਂ ਆਲਰੇਡੀ ਉਹਦੇ ਵਿੱਚ ਬਹੁਤ ਜ਼ਿਆਦਾ ਡਿਟੇਲਸ ਚੱਲ ਗਈ ਸੀ, ਮੈਨੂੰ ਲੱਗਿਆ ਕਿ ਵੀਡੀਓ ਕਾਫੀ ਲੰਬੀ ਹੋ ਗਈ। ਅਗਰ ਮੈਂ ਅੱਜ ਸਟੱਡੀ ਵੀਜ਼ਾ, ਸਟੱਡੀ ਪਰਮਿਟ, ਕਾਲਜ ਸਾਰਾ ਕੁਝ ਅੱਜ ਡਿਸਕਸ਼ਨ ਕਰਨ ਨੂੰ ਟੂ ਮਚ ਇਨਫੋਰਮੇਸ਼ਨ ਹੋ ਜੂ, ਰਾਈਟ। ਮੇਬੀ ਤੁਸੀਂ ਬੋਰ ਵੀ ਹੋ ਜਾਓਗੇ। ਸੋ ਜਿਹੜੀ ਆਪਣੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਆਈ ਵਿਲ ਡਿਸਕਸ ਸਟੱਡੀ ਪਰਮਿਟ, ਸਟੱਡੀ ਵੀਜ਼ਾ ਐਂਡ ਤੁਸੀਂ ਕਾਲਜ ਕਿੱਦਾਂ ਚੂਜ਼ ਕਰਨਾ, ਕੋਰਸ ਕਿੱਦਾਂ ਚੂਜ਼ ਕਰਨਾ। ਆਈ ਵਿਲ ਟਰਾਈ ਕਿ ਉਹਨੂੰ ਛੋਟਾ ਰੱਖਾਂ ਤੇ ਜ਼ਿਆਦਾ ਡਿਟੇਲ ਦੇ ਵਿੱਚ ਨਾ ਜਾਵਾਂ, ਪਰ ਫਿਰ ਵੀ ਜੇ ਮੈਂ ਡਿਟੇਲ ਦੇ ਵਿੱਚ ਚੱਲ ਗਈ ਤਾਂ ਸੌਰੀ, ਕਿਉਂਕਿ ਤੁਹਾਨੂੰ ਪਤਾ ਆਦਤਾਂ ਐਡੀ ਛੇਤੀ ਬਦਲਦੀਆਂ ਨਹੀਂ ਹੁੰਦੀਆਂ, ਰਾਈਟ। ਸੋ ਆਪਾਂ ਬਾਕੀ ਚੀਜ਼ਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਐਂਡ ਆਈ ਵਿਲ ਟਰਾਈ ਕਿ ਮੇਰੇ ਕੋਲ ਕੱਲ ਨੂੰ ਟਾਈਮ ਹੋਵੇ ਤਾਂ ਆਪਾਂ ਡੈਫੀਨਿਟਲੀ ਕੱਲ ਨੂੰ ਰੈਡੀ ਕਰਕੇ ਤੁਹਾਨੂੰ ਪਰਸੋਂ ਜਾਂ ਨੈਕਸਟ ਡੇ ਤੱਕ ਪੱਕਾ ਪੋਸਟ ਕਰ ਦਾਂਗੇ। ਓਕੇ ਜੀ, ਥੈਂਕ ਯੂ। ਸੋ ਦੈਟਸ ਆਲ ਇਨ ਟੁਡੇਜ਼ ਵੀਡੀਓ। ਆਪਾਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੋ ਵੀ ਤੁਹਾਨੂੰ ਕੁਐਰੀਜ਼ ਹੈਗੀਆਂ ਨੇ। ਹੋਰ ਕਾਫੀ ਸਾਰੇ ਬੱਚਿਆਂ ਨੇ ਮੈਨੂੰ ਕਾਫੀ ਸਾਰੇ ਜਣਿਆਂ ਨੇ ਮੈਨੂੰ ਮੈਸੇਜ ਕੀਤਾ ਕਿ ਦੀਦੀ ਕਾਲਜ ਕਿੱਦਾਂ ਚੂਜ਼ ਕਰਨਾ ਇਹ ਉਹ। ਸੋ ਮੈਂ ਉਹ ਸਾਰਾ ਕੁਝ ਡਿਟੇਲ ਦੇ ਵਿੱਚ ਈਵਨ ਲਿੰਕ ਵੀ ਪੋਸਟ ਕਰਾਂਗੀ ਜਿੱਥੇ ਜਾ ਕੇ ਤੁਸੀਂ ਆਪਣਾ ਕਾਲਜ ਚੂਜ਼ ਕਰ ਸਕਦੇ ਹੋ। ਸੋ ਨੈਕਸਟ ਵੀਡੀਓਜ਼ ਲਈ ਵੇਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਲਾਈਕ ਕਰਨਾ, ਵੀਡੀਓਜ਼ ਨੂੰ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। So bye bye. I muted her because she was on and on and on. Bye.